Hi everyone, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ? I hope you all are good. So ਠੀਕ ਹੋ ਸਾਰੇ ਜੀ? Hello, hi, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ SSK, ਸਤਿ ਸ਼੍ਰੀ ਅਕਾਲ। ਮੈਂ ਲਿਖਦੀ ਹੁੰਦੀ ਹਾਂ SSA. Hi, hello, thank you. ਤੁਸੀਂ ਸਾਰੇ ਵੀ cute ਹੋ। Welcome my team. Hello, ਤੁਹਾਨੂੰ ਸਾਰਿਆਂ ਨੂੰ ਵੀ। So ਪਹਿਲਾਂ ਤਾਂ ਦੱਸੋ ਕਿ how is my shirt? ਅਗਰ ਤੁਸੀਂ ਵੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੰਸਟਾਗ੍ਰਾਮ ਤੇ ਨੈਕਸਟ ਬਾਈ ਐਸ ਨੂੰ ਫੋਲੋ ਕਰੋ ਪੇਜ ਨੂੰ ਇੰਸਟਾਗ੍ਰਾਮ ਤੇ। ਉੱਥੇ ਤੁਹਾਨੂੰ ਸਾਰੀਆਂ ਫੇਵਰੇਟ ਤੁਹਾਡੇ ਕਾਸਟਿਊਮਸ ਮਿਲਣਗੇ, ਜਿੰਨੀਆਂ ਵੀ ਮੈਂ ਡਰੈਸਿਸ ਮੋਸਟਲੀ ਪਾਉਂਦੀ ਹਾਂ ਸਾਰੀਆਂ, ਕਿਉਂਕਿ ਮੈਂ ਉਹਨਾਂ ਦੀ ਬ੍ਰਾਂਡ ਐਂਬੈਸਡਰ ਹਾਂ। ਸੋ ਮੈਨੂੰ ਉਹ ਦਿੰਦੇ ਆ। ਸੋ ਅਗਰ ਤੁਸੀਂ ਉਹਨਾਂ ਨੂੰ ਮੇਰਾ ਨਾਮ ਦਿਓਗੇ ਤੁਹਾਨੂੰ ਸਾਰਿਆਂ ਨੂੰ 10% ਡਿਸਕਾਊਂਟ ਮਿਲੇਗਾ। ਇੰਸਟਾਗ੍ਰਾਮ ਨੈਕਸਟ ਬਾਈ ਐਸ ਪੇਜ ਤੇ ਜਾਓ, ਇਹੋ ਜਿਹੀਆਂ ਸ਼ਰਟਸ, ਇਸ ਤੋਂ ਵੀ ਅੱਛਾ 1 ਪੀਸ ਡਰੈਸਿਸ, ਕਿਊਟ ਨਾਈਟ ਸੂਟਸ, ਸਾਰਾ ਕੁਝ ਤੁਹਾਨੂੰ ਉੱਥੇ ਮਿਲੇਗਾ। ਸੋ ਤੁਸੀਂ ਜਿੰਨੀਆਂ ਵੀ ਮੇਰੀਆਂ ਭੈਣਾਂ ਉੱਥੇ ਜਾ ਸਕਦੀਆਂ, ਗਰਲਸ ਦਾ ਹੀ ਪੇਜ ਹੈ, ਉਹਨੂੰ ਫੋਲੋ ਕਰੋ ਤੇ ਉਹਨਾਂ ਨੂੰ ਕਹੋ ਕਿ ਅਸੀਂ ਗੁਰਲੀਨ ਮੈਮ ਦੇ ਕੋਲੋਂ ਆਏ ਹਾਂ, ਸਾਨੂੰ 10% ਡਿਸਕਾਊਂਟ ਦਿਓ। ਤੁਹਾਨੂੰ ਸਾਰਿਆਂ ਨੂੰ ਡਿਸਕਾਊਂਟ ਮਿਲੇਗਾ। ਨੈਕਸਟ ਬਾਈ ਐਸ ਪਲੀਜ਼ ਇਸ ਚੈਟ ਵਿੱਚ ਟੀਮ ਦੱਸਿਆ ਜਾਵੇ ਉਸ ਪੇਜ ਬਾਰੇ। ਸੋ ਆਈ ਹੋਪ ਸ਼ਰਟ ਅੱਛੀ ਲੱਗ ਰਹੀ ਹੋਏਗੀ। ਸੋ ਤੁਸੀਂ ਸਾਰੇ ਵੀ ਸ਼ਰਟ ਪਾ ਸਕਦੇ ਹੋ, ਲੈ ਸਕਦੇ ਹੋ। ਥੈਂਕ ਯੂ। I want shirt. Next by S, NEXT, मेरी टीम ਤੁਹਾਨੂੰ ਹੁਣੇ ਦੱਸ ਦਿੰਦੀ ਹੈ, NEXT by S, next by S। ਮੈਂ ਜਦੋਂ ਇਹ ਵੀਡੀਓ ਨੂੰ ਪੋਸਟ ਕਰਾਂਗੀ ਮੈਂ ਤੁਹਾਨੂੰ, ਬਿਕੋਜ਼ ਇਹ ਵੀਡੀਓ ਤਾਂ YouTube ਤੇ ਪੋਸਟ ਹੋਏਗੀ ਔਰ ਤੁਸੀਂ ਜਾ ਸਕਦੇ ਹੋ next by S। ਬਹੁਤ ਪਿਆਰੀਆਂ ਡਰੈਸਿਸ ਹੈ, 1 ਪੀਸ ਹੈ, ਨਾਈਟ ਸੂਟਸ ਤੇ ਬਹੁਤ ਜ਼ਿਆਦਾ ਕਿਊਟਸ ਹੈ, ਹੁੱਡੀਜ਼ ਬਹੁਤ ਅੱਛੀਆਂ। ਤੁਸੀਂ ਉਹਨਾਂ ਨੂੰ ਮੇਰਾ ਨਾਮ ਲਓ ਕਿ ਗੁਰਲੀਨ ਮੈਮ ਦੇ ਪੇਜ ਤੋਂ ਆਇਆ, ਤੁਹਾਨੂੰ ਸਾਰਿਆਂ ਨੂੰ 10% ਡਿਸਕਾਊਂਟ ਮਿਲੇਗਾ। ਸੋ ਕਿਵੇਂ ਹੋ ਤੁਸੀਂ ਸਾਰੇ? ਅੱਜ ਜਿਹੜਾ ਮੈਂ ਟੌਪਿਕ ਲੈ ਕੇ ਆਈ ਹਾਂ ਉਹਦਾ ਨਾਮ ਹੈ ਇਨਫਰਟੀਲਿਟੀ। ਸਾਨੂੰ ਜਦੋਂ ਬੇਬੀ ਕਨਸੀਵ ਨਹੀਂ ਹੁੰਦਾ ਉਹਦੇ ਕੀ ਰੀਜ਼ਨ ਹੁੰਦੇ ਹੈ, ਕਿਉਂ ਨਹੀਂ ਹੁੰਦਾ, ਅੱਜ ਮੈਂ ਤੁਹਾਨੂੰ ਡਿਟੇਲਸ ਵਿੱਚ, ਥੈਂਕ ਯੂ ਸੋ ਮਚ, ਹਾਂਜੀ ਨੈਕਸਟ ਬਾਈ ਐਸ ਨੂੰ ਫੋਲੋ ਕਰੋ, ਔਰ ਡਿਟੇਲ ਵਿੱਚ ਦੱਸਾਂਗੀ ਤੁਹਾਨੂੰ ਕੀ ਰੀਜ਼ਨ ਹੁੰਦੇ ਕਿ ਸਾਨੂੰ ਬੇਬੀ ਕਨਸੀਵ ਕਰਨ ਵਿੱਚ ਪ੍ਰੋਬਲਮ ਆਉਂਦੀ। ਮੈਂ ਹਰ ਟੌਪਿਕ ਤੇ ਵੀਡੀਓ ਲੈ ਕੇ ਆਉਣਾ ਚਾਹੁੰਦੀ ਹਾਂ। ਮੈਂ ਇਹ ਨਹੀਂ ਚਾਹੁੰਦੀ ਵੀ ਇਸ ਟੌਪਿਕ ਤੇ ਇਕੱਲੇ ਆਪਾਂ ਫੇਸ, ਹੇਅਰ, ਇਹ ਚੀਜ਼ਾਂ ਦੇ ਪਿੱਛੇ ਰਹੀਏ। ਸਤਿ ਸ਼੍ਰੀ ਅਕਾਲ ਕਿਰਨ ਜੀ, ਵੈਲਕਮ। ਹਰ ਟੌਪਿਕ ਦੇ ਉੱਤੇ ਮੈਂ ਤੁਹਾਨੂੰ ਨੌਲੇਜ ਦੇਣਾ ਚਾਹੁੰਦੀ ਹਾਂ, ਬਾਕੀ ਤੁਹਾਡੀ ਮਰਜ਼ੀ, ਤੁਸੀਂ ਉਹ ਨੌਲੇਜ ਨੂੰ ਦੇਖੋ ਜਾਂ ਅਣਦੇਖਾ ਕਰੋ। ਬਟ ਮੈਨੂੰ ਲੱਗਦਾ ਹੈ ਕਿ ਔਰਤ ਹੋਣ ਦੇ ਨਾਤੇ ਸਾਨੂੰ ਕੱਲੇ ਰਸੋਈ ਦੀ ਨੌਲੇਜ ਨਹੀਂ ਹੋਣੀ ਚਾਹੀਦੀ, ਸਾਨੂੰ ਘਰ ਬਾਰ ਹਰ ਚੀਜ਼, ਹਰ ਜਗ੍ਹਾ ਦੀ ਨੌਲੇਜ ਹੋਣੀ ਚਾਹੀਦੀ ਹੈ। ਸੋ ਅਸੀਂ ਜ਼ਿੰਦਗੀ ਵਿੱਚ ਕਿਤੇ ਵੀ ਕਿਸੇ ਵੀ ਮੋੜ ਤੇ ਅਸੀਂ ਮਾਰ ਨਾ ਖਾਈਏ। ਅਗਰ ਇੱਕ ਔਰਤ ਪੜ੍ਹੀ ਲਿਖੀ ਹੁੰਦੀ ਹੈ, ਸਮਝਦਾਰ ਹੁੰਦੀ ਹੈ, ਤਾਂ ਮੈਨੂੰ ਲੱਗਦਾ ਕਿ ਉਹਦੀ ਸਾਰੀ ਪੀੜ੍ਹੀ, ਸਾਰੀ ਕੁੱਲ ਹੀ ਸਮਝਦਾਰ ਬਣ ਜਾਂਦੀ। ਔਰ ਇੱਕ ਹੋਰ ਅਨਾਉਂਸਮੈਂਟ ਕਰਨਾ ਚਾਹੁੰਦੀ ਹਾਂ, ਮੈਂ ਹੈਪੀ ਵੂਮਨਸ ਡੇ ਤੇ ਮੈਂ ਲਾਈਵ ਲੈ ਕੇ ਆਵਾਂਗੀ, ਬੜਾ ਸਪੈਸ਼ਲ ਲਾਈਵ ਹੋਏਗਾ। ਉਹਦੇ ਵਿੱਚ ਆਪਾਂ ਵੂਮਨ ਐਮਪਾਵਰਮੈਂਟ ਬਾਰੇ ਗੱਲ ਕਰਾਂਗੇ, ਬਾਰੇ ਮੈਂ ਤੁਹਾਨੂੰ ਦੱਸਾਂਗੀ ਕਿ ਇੱਕ ਔਰਤ ਦਾ ਇੰਡੀਪੈਂਡੈਂਟ ਹੋਣਾ ਕਿਉਂ ਜ਼ਰੂਰੀ ਹੈ ਔਰ ਉਹ ਕਿਹੜੀਆਂ ਚੀਜ਼ਾਂ ਨੂੰ ਜ਼ਿੰਦਗੀ ਵਿੱਚ ਕਰ ਸਕਦੀ ਹੈ, ਜਿੱਤ ਸਕਦੀ ਹੈ ਜਾਂ ਫਿਰ ਹਾਰ ਸਕਦੀ ਹੈ। ਔਰ ਇਸ ਲਾਈਵ ਦੇ, ਹੈਲੋ ਅਮਨ, ਸਤਿ ਸ਼੍ਰੀ ਅਕਾਲ, ਵੈਲਕਮ। ਲਾਈਵ ਖਤਮ ਹੋਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਫੇਸ ਟਾਈਟਨਿੰਗ ਪੈਕ ਦੱਸ ਕੇ ਜਾਵਾਂਗੀ, ਜਿਹਨੂੰ ਤੁਸੀਂ ਅਗਰ ਹਫਤੇ ਵਿੱਚ 3 ਵਾਰੀ ਉਹ ਫੇਸ ਟਾਈਟਨਿੰਗ ਪੈਕ ਹੋਮ ਮੇਡ ਤੁਸੀਂ ਘਰੇ ਲਗਾਓਗੇ, ਤੁਹਾਡੀ ਜਿੰਨੀ ਵੀ ਸਕਿਨ ਲੂਜ਼ ਹੋ ਗਈ ਹੈ ਸਾਰੀ ਉਹ ਟਾਈਟ ਹੋ ਜਾਏਗੀ। ਐਂਡ ਜਦੋਂ ਇਹ ਲਾਈਵ ਖਤਮ ਹੋਣ ਵਾਲਾ ਹੋਏਗਾ 5 ਮਿੰਟ ਪਹਿਲਾਂ ਤੁਸੀਂ ਸਾਰੇ, ਜਾਂ 10 ਮਿੰਟ ਪਹਿਲਾਂ ਤੁਸੀਂ ਸਾਰੇ ਮੈਨੂੰ ਆਪਣੀਆਂ ਪ੍ਰੋਬਲਮਸ ਇਸ ਪੇਜ ਤੇ ਹੁਣੇ ਪੁੱਛ ਸਕਦੇ ਹੋ। ਬਟ ਪਹਿਲਾਂ ਮੈਂ ਜਿਸ ਟੌਪਿਕ ਤੇ ਗੱਲ ਕਰਨਾ ਚਾਹੁੰਦੀ ਹਾਂ, ਅਸੀਂ ਉਸ ਟੌਪਿਕ ਤੇ ਗੱਲ ਕਰਾਂਗੇ ਕਿ ਸਾਨੂੰ ਕਨਸੀਵ ਕਿਉਂ ਨਹੀਂ ਹੁੰਦਾ। ਜੋ ਵੀ ਮੈਨੂੰ ਦਿਲ ਭੇਜ ਰਹੇ ਸਾਰਿਆਂ ਨੂੰ ਦਿਲ, ਕੀ ਪ੍ਰੋਬਲਮ ਹੁੰਦੀ ਹੈ ਇੱਕ ਔਰਤ ਜਦੋਂ ਉਹਦਾ ਵਿਆਹ ਹੋ ਜਾਂਦਾ? ਤੁਹਾਨੂੰ ਪਤਾ ਕਿੰਨਾ ਵੱਡਾ ਪ੍ਰੈਸ਼ਰ ਹੁੰਦਾ ਇੱਕ ਔਰਤ ਦੇ ਉੱਤੇ ਕਿ ਪਹਿਲਾਂ ਵਿਆਹ ਨਹੀਂ ਹੁੰਦਾ, ਵਿਆਹ ਹੋ ਜਾਵੇ, ਹਲੇ 2 ਮਹੀਨੇ ਨਹੀਂ ਹੋਏ, ਹਲੇ ਹੁਣ ਬੱਚਾ ਕਰ ਲਓ। ਪੰਜਾਬ ਨਹੀਂ, ਓਵਰਸੀਜ਼ ਸਾਰੇ ਕਿਤੇ। ਅੱਛਾ, ਫਿਰ ਜੇ ਕੁੜੀ ਹੋ ਜਾਵੇ ਤੇ ਫਿਰ ਉਹਨਾਂ ਨੂੰ ਹੁੰਦਾ ਹੁਣ ਅਗਲਾ ਮੁੰਡਾ ਕਰ ਲਓ। ਮਤਲਬ ਤੁਹਾਨੂੰ ਪਹਿਲਾਂ ਪਤਾ ਕਿ ਹੁਣ ਅਗਲਾ ਮੁੰਡਾ ਹੋਣਾ। ਜੇ ਕੁੜੀ ਹੋ ਗਈ ਹੈ, ਮੰਨ ਲਓ ਜੇ ਪਹਿਲੀ ਕੁੜੀ ਹੋ ਗਈ, ਮੈਂ ਵੀ ਕੁੜੀ ਹਾਂ, ਤੁਸੀਂ ਸਾਰੇ ਵੀ ਕੁੜੀਆਂ ਹੋ ਯਾਰ, ਇੱਕ ਔਰਤ ਹੋ ਕੇ ਅਸੀਂ ਮੁੰਡਿਆਂ ਦੇ ਪਿੱਛੇ ਪਈਆਂ ਹੁੰਦੀਆਂ ਤੇ ਤੁਸੀਂ ਚਾਹੁੰਦੇ ਹੋ ਵੀ ਹੁਣ ਅਗਲਾ ਮੁੰਡਾ ਹੀ ਹੋ ਜਾਏ ਸਾਡੇ। ਮਤਲਬ ਕਿਸੇ ਨੇ ਇਹ ਲਿਖਵਾਇਆ ਹੋਇਆ, ਪਟਾ ਲਿਖਾਇਆ ਕਿਸੇ ਵੀ ਮਦਰ ਇਨ ਲਾਅ ਨੇ ਜਾਂ ਮਦਰ ਨੇ, ਹੁਣ ਮੁੰਡਾ ਕਰ ਲਾ। ਫਿਰ ਅਗਲੀ ਜੇ ਕੁੜੀ ਹੋ ਜਾਵੇ ਤੇ ਫਿਰ ਮੂੰਹ ਬਣ ਜਾਂਦੇ ਆ, ਫਿਰ ਕੁੜੀ ਦੇ ਉੱਤੇ ਐਲੀਗੇਸ਼ਨਸ ਆਉਂਦੇ, ਉਹਦੇ ਮਾਂ ਪਿਓ ਤੱਕ ਗੱਲਾਂ ਜਾਂਦੀਆਂ।
कई बार तो मेरी इनिया क्लाइंट्स है जिन्हों की डिवोर्स तक नौबत आ गई है, जिन्हों की भी जे नहीं करती तो कोई होर कुड़ी कर ला, फिर दोबारा ब्याह कर ला। जो इनू छड्ड के तुसीं किसी होर कुड़ी नाल ब्याह करोगे, क्यों मुंडा लेके आओगे, मुंडा जम के लेके आओगे नाल। मनो कुछ गल्लां समाज दियां बड़ियां अजीब लगदियां, अजीबो गरीब लगदियां। मैं जो आवाज़ चकदी हाँ तो फिर मैनू कोई ना कोई मेरी टीम वालों या कोई ना कोई मैनू कह दिंदा कि तुसीं इदां ना बोलो ना बोलो। बट जो दुख मैनू अंदरों महसूस होंदा है मैं तुहाडी सारियां भैणां नाल शेयर करना चाहुंदी हां भी कुछ सानू अपनी सोच विच तब्दीली लैके आनी चाहिए है। जो भी मेरी लाइव वीडियो नू देख रहे हैं यूट्यूब पे बहुत सारे लोगों तक वीडियो जाएगी, शायद मेरी इस वीडियो नू देख के कोई कुड़ी कोई मुंडा किसी दी मदर इन लॉ उन्हां दी अखां खुल जान भी यार बच्चे सारे एक बराबर हुंदे। अजकल ते कुड़ियां उस लैवल ते पहुंच गए जिथे मुंडे सोच भी नहीं सकते सीगे। सो कुड़ियां मुंडियां दे विच वितकरा ना करया करो, फर्क ना करया करो। जो काम कुड़ियां कर जांदियां ते मुंडे भी नहीं करते, मैं ऑलवेज कहती हुंदी हां। सो अज आपां कुछ टॉपिक ते गल करांगे कि प्रेगनेंसी क्यों नहीं रुकदी है, की रीजन हुंदे प्रेगनेंसी ना होंदे और की असीं करना, किहड़ी आपां होम रेमेडीज करनियां या किहड़ियां चीज़ां आपां करनियां जिहदे नाल असीं एक हेल्थी बेबी कंसीव कर सकीए। बहुत अच्छा ਜਦੋਂ भी किसी ने कंसीव करना होंदा ना छोटी छोटी चीज़ां होंदियां, तुसीं उन्हां 4-5 चीज़ां नूं फॉलो करना और तुसीं आराम नाल बेबी घरे कंसीव कर सकते हो बिना किसी दवाइयां तो। मेरे को एक नहीं, मेरे को बहुत सारे क्लाइंट्स ऐदां दे है जिन्हां ने जो डाइट शुरू की सी उन्होंने बेबी नहीं सी रुकदा पिया, बेबी कंसीव नहीं सी हुंदा, हुण उन्हां ने कंसीव कर लिया, दे आर प्रेगनेंट एंड किसी दे ते मुंडा जम्मिया किसी दे गर्ल हुई है एंड आई एम सो हैप्पी कि 1.5-2 महीनों के अंदर ही उन्होंने कंसीव हो गया। मैं कुछ नहीं किया, दित्तियां मैं वही चीज़ां बट उन्होंने मैं शफल कर दिता। सब तो पहला रीजन सानू कंसीव क्यों नहीं हुंदा, तुसीं शायद सुनिया होएगा नाम एंड्रोमेट्रियोसिस। ਇਹਦੇ ਤੇ मैं एक अलग वीडियो लेके आवांगी। बहुत सारियां यंग गर्ल्स ਨੂੰ एंड्रोमेट्रियोसिस ਦੀ प्रॉब्लम है, ਇਹਨੂੰ मैं डिटेल ਵਿੱਚ ਦੱਸਾਂਗੀ ਜਦੋਂ ਵੀ ਤੁਹਾਨੂੰ ਥੋੜੇ ਸਿੰਪਟਮ ਦੱਸਦੇ ਹਾਂ। ਜਦੋਂ ਵੀ ਤੁਸੀਂ ਸੁਸੂ ਕਰਨ ਜਾਂਦੇ ਹੋ ਜਾਂ ਤੁਸੀਂ टॉयलेट जाने हो ਤੁਹਾਨੂੰ पेन होंदी है, ਜਦੋਂ भी ਤੁਸੀਂ अपने पार्टनर ਦੇ ਨਾਲ रिलेशन बनाने हो ਤੁਹਾਨੂੰ ਉਦੋਂ भी पेन होंदी है। सो बहुत सारियां गर्ल्स ਨੂੰ पता ही नहीं ਹੁੰਦਾ कि ਸਾਨੂੰ एंड्रोमेट्रियोसिस ਦੀ प्रॉब्लम है। बट ਜਦੋਂ ਤੁਸੀਂ डायग्नोस ਤੁਹਾਨੂੰ पता चलता, ਤੁਸੀਂ डॉक्टर को जाने हो, ਤੁਸੀਂ प्रेगनेंसी ਦੇ ਟੈਸਟ ਕਰਵਾਉਂਦੇ ਹੋ ਜਾਂ कंसीव ਕਰਨ ਜਾਂਦੇ ਹੋ, ਤੁਹਾਨੂੰ ਉਦੋਂ ਜਾ ਕੇ डॉक्टर ਦੱਸਦੇ ਵੀ ਤੁਹਾਨੂੰ ਤਾਂ एंड्रोमेट्रियोसिस है। सो अगर तुसीं चीज़ां नूं पहले ही ध्यान च रखो कि मैं ऑलवेज कहती है कि अगर तुहाडी बॉडी के किसी पार्ट में पेन हो रही है तो क्यों हो रही है, उन्होंने देखो, उन्होंने नोटिस करो। 1 दिन 2 दिन 3 दिन 4 दिन 5 दिन 10 महीने तो हो रही है, 1 साल हो गया, क्यों हो रही है, नहीं होनी चाहिए, उन्होंने वॉच करो। दैन सेकेंड रीजन इज PCOD, ओवरी सिस्ट हो जाती है, साडियां ट्यूब्स डैमेज हो जाती है। जो ओवरवेट होंदा है, सारा वेट साडे बच्चेदानी ओवरी दे विच इस पार्ट तो साडा टम्मी बाहर आना शुरू जो हो जाता है साडा अचानक। तुसीं कई बार देखिया होगा बहुत सारियां गर्ल्स मैं तुहानूं दिखांदी हां पूरा टम्मी फ्लैट होंदा बस इत्थों दी इदां ढिड निकलिया होंदा उन्हां दा। तुसीं देखियो जो बहुत सारियां गर्ल्स एज चीज़ बन जाती ना, अनमैरिड गर्ल्स, उन्होंने सारे सिम्पटम्स होंगे। जस्ट राइट डाउन ऑल द सिम्पटम्स, ऑल द पॉइंट्स कि तुसीं मैनूं एंड विच दस सकदे हो तुहानूं सारिआं नूं कि किसी नूं भी ये सारे सिम्पटम्स आउंदे। वेट लॉस, वेट गेन, स्ट्रेस, डिप्रेशन बहुत बड़ा रीजन है कंसीव ना करन दा। इरेगुलर पीरियड्स, पेनफुल पीरियड्स, एबनॉर्मल पीरियड्स, या तो पीरियड्स आते नहीं या तो फिर आई जाते हैं 3 महीने, या तो बहुत पेनफुल होंगे हैं या इरेगुलर हो जाते हैं। हुण तुसीं किहड़ियां चीज़ां करनियां कि तुसीं घरे बैठे कंसीव कर सकते हो और ये सारियां चीज़ां तो दूर जा सकते हो। सो अगेन आई विल रिपीट ऑल द रीजन, ऑल द सिम्पटम्स, किहड़े रीजन है कि असी कंसीव नहीं कर पाते। PCOD, PCOS, एंड्रोमेट्रियोसिस, वेट गेन या सडनली थोड़ा वेट लॉस हो जाता है, देन इरेगुलर पीरियड्स, एबनॉर्मल पीरियड्स, स्ट्रेस, एंजाइटी, बैड लाइफस्टाइल, इरेगुलर एक्सरसाइज, ये सारे पीरियड जो थोनों जो सिम्पटम्स होंगे हैं दैट मीनस तुसी इस प्रॉब्लम नाल जूझ रहे हो कि तुहानूं कंसीव करने में बहुत ज़्यादा प्रॉब्लम आएगी। और पुअर डाइट, ਜਦੋਂ भी साडी डाइट अच्छी नहीं होंदी उदों असीं कंसीव किवें करांगे। तुहानूं पता साडी बॉडी नूं कुछ चीज़ां की जरूरत होंदी है, जदों असीं वो चीज़ां खांदे ही नहीं आ, वो चीज़ां असीं अपनी बॉडी विच पांदे ही नहीं आ, तो किवें असीं एक हैल्दी बेबी नूं कंसीव करांगे। वूमेन्स नूं हर मंथ जिवें आयरन की कमी आनी शुरू हो जाती है, राइट। पीरियड इश्यूज बहुत ज़्यादा
ਆਇਰਨ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ, ਸਾਨੂੰ ਸਾਡੇ ਹਾਰਮੋਨਸ ਇੰਬੈਲੈਂਸ ਹੋਣੇ ਸ਼ੁਰੂ ਹੋ ਜਾਂਦੇ, ਹੋਮੋਗਲੋਬਿਨ ਹੀ ਨਹੀਂ ਸਾਡਾ ਹੁੰਦਾ। ਉਹੀ ਇੱਕ ਰੀਜ਼ਨ ਹੈ ਸਾਡੇ ਫੇਸ ਤੇ ਛਾਈਆਂ, ਪਿਗਮੈਂਟੇਸ਼ਨ, ਇਹ ਸਾਰਾ ਕੁਝ ਬਣਨਾ ਸ਼ੁਰੂ ਹੋ ਜਾਂਦਾ ਹੈ। ਸੋ ਤੁਸੀਂ ਕੀ ਕਰਨਾ, ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਡਾਈਟ ਨੂੰ ਪ੍ਰੋਪਰ ਰੱਖਣਾ ਹੈ, ਚਾਹੇ ਪ੍ਰੋਟੀਨ ਹੈ, ਚਾਹੇ ਫੈਟਸ ਹੈ, ਚਾਹੇ ਕਾਰਬਸ ਹੈ। ਹੁਣ ਤੁਸੀਂ ਇਹ ਸਾਰੀਆਂ ਚੀਜ਼ਾਂ ਕਿਵੇਂ ਕਿਵੇਂ ਲੈਣੀਆਂ, ਪਲੀਜ਼ ਸਾਰੇ ਜਣੇ ਆਪਣੀ ਕਾਪੀ ਲੈ ਕੇ ਆਓ ਤੇ ਸਾਰੀਆਂ ਚੀਜ਼ਾਂ ਨੋਟ ਕਰੋ। ਜਿਹੜੀ ਵੀ ਮੇਰੀ ਭੈਣ ਕਨਸੀਵ ਕਰਨਾ ਚਾਹੁੰਦੀ, ਅਗਰ ਆਪਣੀ ਡਾਈਟ ਵਿੱਚ 3 ਚੀਜ਼ਾਂ ਐਦਾਂ ਤੁਸੀਂ ਐਡ ਕਰੋਗੇ, ਆਮ ਸ਼ੋਰ ਤੁਸੀਂ ਕਨਸੀਵ ਕਰ ਲੋਗੇ ਬਿਨਾਂ ਦਵਾਈਆਂ। ਤੁਸੀਂ ਜਦ ਤੱਕ ਤੁਸੀਂ ਟ੍ਰੀਟਮੈਂਟ ਕਰਾਉਂਦੇ ਰਹੋਗੇ, ਦਵਾਈਆਂ ਖਾਂਦੇ ਰਹੋਗੇ, ਉਦੋਂ ਤੱਕ ਤੁਹਾਡਾ ਅੱਛਾ ਚੱਲੇਗਾ। ਦਵਾਈਆਂ ਛੱਡ ਦੋਗੇ ਫਿਰ ਤੁਸੀਂ ਉਸੇ ਜਗ੍ਹਾ ਤੇ ਆ ਕੇ ਬੈਠ ਜਾਓਗੇ। ਸੋ ਪਲੀਜ਼ ਸਾਰੇ ਜਾਣੇ ਯੈਸ, ਅਗਰ ਮਦਰ ਨੂੰ ਹੈ ਤੇ ਮਦਰ ਤੋਂ ਚਾਈਲਡ ਨੂੰ ਵੀ ਡੈਫੀਨੇਟਲੀ ਇਹ ਸਿੰਪਟਮਸ ਆਉਣਗੇ ਹੀ ਆਉਣਗੇ। ਸੋ ਸਾਰੇ ਜਾਣੇ ਆਪਣੀਆਂ ਕਾਪੀਜ਼ ਲਿਆਓ, ਮੈਂ ਤੁਹਾਨੂੰ ਸਾਰਿਆਂ ਨੂੰ ਲਿਖਾਉਂਦੀ ਹਾਂ। ਜਦੋਂ ਤੁਸੀਂ ਆਪਣੀਆਂ ਕਾਪੀਜ਼ ਲੈ ਕੇ ਆ ਗਏ ਤਾਂ ਮੈਨੂੰ ਜ਼ਰੂਰ ਦੱਸ ਦਿਓ ਕਿ ਦੀਦੀ ਅਸੀਂ ਆਪਣੀਆਂ ਨੋਟਬੁੱਕਸ ਲੈ ਕੇ ਆ ਗਏ ਹਾਂ। ਪਲੀਜ਼ ਸਾਨੂੰ ਸਾਰੇ ਪੁਆਇੰਟਸ ਲਿਖਾਓ। ਇੱਥੋਂ ਵੀਡੀਓ ਖਤਮ ਹੋਣ ਤੋਂ ਬਾਅਦ ਮੈਂ ਇਹ ਸੇਮ ਵੀਡੀਓ YouTube MGC ਤੇ ਪੋਸਟ ਕਰਾਂਗੀ। ਜਿਨ੍ਹਾਂ ਨੇ ਨਹੀਂ ਦੇਖੀ, ਜਿਨ੍ਹਾਂ ਦਾ ਲਾਈਵ ਮਿਸ ਹੋ ਗਿਆ, ਸਮਟਾਈਮ ਬਹੁਤ ਸਾਰੀ ਮੇਰੇ ਭੈਣਾਂ ਇਸ ਟਾਈਮ ਜੌਬ ਤੇ ਜਾਂਦੀ ਆਊਟ ਆਫ ਇੰਡੀਆ, ਸੋ ਆਰਾਮ ਨਾਲ ਆਉਂਦੇ ਜਾਂਦੇ। ਮੈਨੂੰ ਬੜਾ ਅੱਛਾ ਲੱਗਦਾ ਜਦੋਂ ਮੇਰੀਆਂ ਸਾਰੀਆਂ ਭੈਣਾਂ ਮੈਨੂੰ ਕਹਿੰਦੇ ਕਿ ਗੁਲੀਨ ਜੀ ਤੁਹਾਨੂੰ ਪਤਾ ਹੈ ਕਈ ਵਾਰੀ ਅਸੀਂ ਬਿਜ਼ੀ ਹੋ ਜਾਂਦੇ ਹਾਂ, ਅਸੀਂ ਲਾਈਵ ਨਹੀਂ ਦੇਖ ਪਾਉਂਦੇ, ਬਟ ਆਪਾਂ ਜਦੋਂ ਵੀ ਘਰੋਂ ਜੌਬ ਤੇ ਜਾਂਦੇ ਹਾਂ, ਸਾਡੀ 1 ਘੰਟੇ ਦੀ ਡਰਾਈਵ ਹੁੰਦੀ ਹੈ, ਅਸੀਂ ਸਿਰਫ ਪਹਿਲਾਂ ਪਾਠ ਲਗਾਉਂਦੇ ਹਾਂ, ਉਸ ਤੋਂ ਬਾਅਦ ਅਸੀਂ ਤੁਹਾਡੀਆਂ ਵੀਡੀਓਜ਼ ਦੇਖਦੇ ਜਾਂਦੇ ਹਾਂ। ਸੋ ਆਈ ਫੀਲ ਸੋ ਗੁੱਡ ਯਾਰ, ਜਿਹਨੂੰ ਟਾਈਮ ਵੀ ਨਹੀਂ ਮਿਲਦਾ ਆਉਂਦਾ ਜਾਂਦਾ ਮੇਰੀਆਂ ਵੀਡੀਓਜ਼ ਦੇਖਦੇ। ਇਸ ਕਰਕੇ ਮੈਂ ਅੱਧੇ ਘੰਟੇ ਦਾ ਲਾਈਵ ਹੁਣ YouTube ਤੇ ਪੋਸਟ ਕਰਦੀ ਹਾਂ, ਸੋ ਦੈਟ ਤੁਸੀਂ ਮੇਰੇ ਸਾਰੇ ਲਾਈਵ ਵਾਚ ਕਰ ਸਕੋ। ਮੇਰੇ ਸਾਰੇ ਜੋ ਵੀ ਮੈਂ ਤੁਹਾਨੂੰ ਹੈਲਥ ਫਿਟਨੈਸ ਦੇ ਰਿਗਾਰਡਿੰਗ ਟਿਪਸ ਦੇਣੀ ਆ, ਚੀਜ਼ਾਂ ਦੱਸਦੀ ਹਾਂ, ਤੁਸੀਂ ਸਾਰਾ ਕੁਝ ਉਹ ਫੋਲੋ ਕਰ ਸਕੋ। ਸੋ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਤੁਸੀਂ ਫੈਟ, ਪ੍ਰੋਟੀਨ ਤੇ ਕਾਰਬਸ ਕਿਵੇਂ ਆਪਣੀ ਡਾਈਟ ਵਿੱਚ ਐਡ ਕਰਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਾਰਬਸ ਦੀ। ਕਾਰਬਸ ਕੀ ਹੁੰਦੇ? ਕਾਰਬਸ ਅਸੀਂ ਜਿਹੜੀਆਂ ਚੀਜ਼ਾਂ ਰੋਜ਼ ਖਾਂਦੇ ਹਾਂ, ਕਾਰਬਸ ਸਾਨੂੰ ਮਿਲ ਸਕਦੇ ਆਟੇ ਵਿੱਚੋਂ। ਕਾਰਬਸ ਸਾਡੀ ਬੋਡੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਆਟਾ ਹੋ ਗਿਆ, ਜਿੱਦਾਂ ਬ੍ਰੈਡ ਹੋ ਗਈ, ਵਾਈਟ ਬ੍ਰੈਡ, ਕਾਰਬੋਹਾਈਡਰੇਟਸ ਹੋ ਗਏ, ਇਹ ਸਾਰੀਆਂ ਚੀਜ਼ਾਂ ਅੱਛਾ ਖਾਣੀਆਂ ਵੀ ਹੈ ਤੇ ਕਿਵੇਂ ਖਾਣੀਆਂ। ਤੁਸੀਂ ਜਿੱਦਾਂ ਮੰਨ ਲਓ ਤੁਹਾਡਾ weight ਬਹੁਤ ਜ਼ਿਆਦਾ ਹੈ, ਓਵਰ weight ਹੈ, ਬਟ ਤੁਸੀਂ ਥੋੜਾ ਜਿਹਾ weight ਵੀ ਲੂਜ਼ ਕਰਨਾ ਹੈ ਤੇ ਤੁਸੀਂ ਕਾਰਬਸ, ਅਗਰ ਅਸੀਂ ਕਾਰਬਸ ਨਹੀਂ ਲਵਾਂਗੇ ਸਾਡੀ ਬੋਡੀ ਵਿੱਚ ਵੀਕਨੈਸ ਆਉਣੀ ਸ਼ੁਰੂ ਹੋ ਜਾਏਗੀ। ਕਾਰਬਸ ਤੁਸੀਂ ਕਿਵੇਂ ਲੈਣੇ ਆ, ਮਤਲਬ ਕਾਰਬਸ ਨੂੰ ਘਟਾਉਣਾ ਹੈ, ਬੰਦ ਨਹੀਂ ਕਰ ਦੇਣਾ, ਘਟਾਉਣਾ ਹੈ। ਜਿਵੇਂ ਤੁਸੀਂ 100 ਗ੍ਰਾਮ ਲੈ ਰਹੇ ਤੇ ਉਹਨੂੰ ਤੁਸੀਂ 30, 40, 20 ਏਦਾਂ ਤੁਸੀਂ ਕਾਰਬਸ ਲੈ ਸਕਦੇ ਹੋ। ਤੁਸੀਂ ਕਿਵੇਂ ਲੈ ਸਕਦੇ ਹੋ? ਜਵਾਰੀ ਦੀ ਰੋਟੀ ਲੈ ਸਕਦੇ ਹੋ। ਮੈਦਾ ਖਾਣਾ ਬੰਦ ਕਰ ਦਿਓ, ਮੈਦਾ ਬਿਲਕੁਲ ਨਹੀਂ ਖਾਣਾ। 버ਗਰ, ਪੀਜ਼ੇ, ਵਾਈਟ ਬ੍ਰੈਡ, ਇਹ ਸਾਰੀਆਂ ਚੀਜ਼ਾਂ ਤੁਸੀਂ ਅੱਜ ਤੋਂ ਹੀ ਕੱਟ ਆਫ ਕਰ ਦਿਓ। ਅਗਰ ਤੁਸੀਂ ਬੇਬੀ ਕਨਸੀਵ ਕਰਨਾ ਚਾਹੁੰਦੇ ਹੋ, ਤੁਸੀਂ ਬਰਾਊਨ ਬ੍ਰੈਡ ਲੈ ਸਕਦੇ ਹੋ, ਜਵਾਰ ਦੇ ਆਟੇ ਦੀ ਰੋਟੀ ਲੈ ਸਕਦੇ ਹੋ, ਬਾਜਰੇ ਦੀ ਆਟੇ ਦੀ ਰੋਟੀ ਲੈ ਸਕਦੇ ਹੋ। ਇਹ ਸਾਰੇ ਕਾਰਬਸ ਤੁਸੀਂ ਆਪਣੀ ਡਾਈਟ ਵਿੱਚ ਐਡ ਕਰ ਸਕਦੇ ਹੋ। ਦੈਨ ਮੈਂ ਛੋਟੀਆਂ ਗੱਲਾਂ ਦੱਸਾਂਗੀ, ਡਿਟੇਲ ਵਿੱਚ ਮੈਂ YouTube ਤੇ ਸਾਰੀਆਂ ਵੀਡੀਓਜ਼ ਬਣਾਉਂਗੀ। ਪ੍ਰੋਟੀਨ ਹੁਣ ਤੁਸੀਂ ਕਿਵੇਂ ਲੈਣਾ? ਜਿਹੜੀਆਂ ਇੰਡੀਅਨ ਗਰਲਸ ਹੈ ਉਹ ਮੋਸਟਲੀ ਵੈਜੀਟੇਰੀਅਨ ਹੈ, ਨਾਟ ਇੰਡੀਅਨ, ਆਲ ਓਵਰ ਦਾ ਵਰਲਡ। ਮੈਂ ਅਗਰ 10 ਕੁੜੀਆਂ ਨਾਲ ਗੱਲ ਕਰ ਰਹੀ ਹਾਂ, 10 ਵਿੱਚੋਂ 8 ਕੁੜੀਆਂ ਨਾਰਮਲੀ ਵੈਜੀਟੇਰੀਅਨ ਹੁੰਦੀਆਂ। ਇਸੇ ਕਰਕੇ ਮੈਂ ਆਪਣਾ ਪ੍ਰੋਡਕਟ ਲੈ ਕੇ ਆ ਰਹੀ ਹਾਂ ਜਿਹਦੇ ਵਿੱਚ ਜਿਹੜੀਆਂ ਮੇਰੀਆਂ ਭੈਣਾਂ ਨਾਨ ਵੈਜ ਨਹੀਂ ਖਾਂਦੀਆਂ, ਉਸ ਪ੍ਰੋਡਕਟ ਦੇ ਵਿੱਚ, ਨੈਚੁਰਲ ਪ੍ਰੋਡਕਟ ਦੇ ਵਿੱਚ ਉਹ ਸਾਰੇ ਇੰਗਰੀਡੀਐਂਟਸ ਹੋਣਗੇ ਜੋ ਤੁਹਾਨੂੰ ਨਾਨ ਵੈਜੀਟੇਰੀਅਨ ਡਾਈਟ ਤੋਂ ਮਿਲਦੇ ਹੋਣਗੇ। ਕਈਆਂ ਨੇ ਅੰਮ੍ਰਿਤ ਛਕਿਆ ਹੋਇਆ, ਬਹੁਤ ਸਾਰੀਆਂ ਭੈਣਾਂ, ਸੋ ਆਈ ਕੈਨ ਅੰਡਰਸਟੈਂਡ ਨਹੀਂ ਤੁਸੀਂ ਲੈ ਸਕਦੇ, ਬਟ ਸਾਡੀ ਬੋਡੀ ਨੂੰ ਤਾਂ ਚਾਹੀਦਾ ਨਾ ਯਾਰ ਪ੍ਰੋਟੀਨ ਅਸੀਂ ਕਿਵੇਂ ਲੈਣਾ? ਜਿੱਦਾਂ ਸਪੋਜ਼ ਮੇਰਾ ਮੰਨ ਲਓ ਤੁਹਾਡਾ weight ਕਿਸੇ ਦਾ 80 kg ਹੈ, ਸੋ 80 ਗ੍ਰਾਮ ਪ੍ਰੋਟੀਨ ਸਾਡੀ ਡਾਈਟ ਵਿੱਚ ਐਡ ਹੋਣਾ ਚਾਹੀਦਾ ਹੀ ਚਾਹੀਦਾ। ਅਗਰ ਤੁਸੀਂ ਕਨਸੀਵ ਕਰਨਾ ਚਾਹੁੰਦੇ ਹੋ, ਉਹ ਤੁਸੀਂ ਕਿਵੇਂ ਲੈਣਾ? ਪਰ ਗ੍ਰਾਮ ਤੁਸੀਂ ਲੈਣਾ ਆਪਣੀ weight ਦੇ ਹਿਸਾਬ ਨਾਲ। ਸਪੋਜ਼ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਤੁਹਾਨੂੰ ਪ੍ਰੋਟੀਨ ਸਭ ਤੋਂ ਜ਼ਿਆਦਾ ਕਿੱਥੋਂ ਮਿਲੇਗਾ? ਮਿਲਕ, ਪਨੀਰ, ਮਿਲਕ ਦੀਆਂ ਚੀਜ਼ਾਂ ਤੋਂ, ਪਨੀਰ ਤੋਂ ਮਿਲੇਗਾ, ਦਹੀਂ ਤੋਂ ਮਿਲੇਗਾ। ਦੈਨ ਤੁਸੀਂ ਲੈ ਸਕਦੇ ਹੋ ਜਿਵੇਂ ਦਾਲਾਂ ਵਿੱਚ ਮੈਕਸਿਮਮ ਪ੍ਰੋਟੀਨ ਹੁੰਦਾ, ਜਿਹੜੀਆਂ ਮੇਰੀਆਂ ਭੈਣਾਂ ਨਾਨ ਵੈਜੀਟੇਰੀਅਨ ਬਸ ਤਾਂ ਮੈਕਸਿਮਮ ਪ੍ਰੋਟੀਨ ਹੁੰਦਾ ਐਗਸ, ਚਿਕਨ, ਮੀਟ, ਫਿਸ਼। ਬਟ ਜੇ ਤੁਸੀਂ ਵੈਜੀਟੇਰੀਅਨ ਹੋ, ਤੁਸੀਂ ਉਹ ਦਾਲਾਂ ਯੂਜ਼ ਕਰਨੀਆਂ ਜਿਨ੍ਹਾਂ ਵਿੱਚ ਮੈਕਸਿਮਮ ਪ੍ਰੋਟੀਨ ਹੁੰਦਾ। ਤੁਸੀਂ ਪਨੀਰ ਐਡ ਕਰ ਸਕਦੇ ਹੋ, ਤੁਸੀਂ ਸੋਇਆ ਚੰਕਸ ਐਡ ਕਰ ਸਕਦੇ ਹੋ, ਨਿਊਟਰੀ ਕਿਸੇ ਫਾਰਮ ਵਿੱਚ ਵੀ ਤੁਸੀਂ ਨਿਊਟਰੀ ਦਾ ਕੀਮਾ ਆਉਂਦਾ, ਤੁਸੀਂ ਉਹਨੂੰ ਐਡ ਕਰ ਸਕਦੇ ਹੋ ਆਪਣੀ ਡਾਈਟ ਵਿੱਚ। ਐਂਡ ਜਿੰਨੀਆਂ ਵੀ ਵੈਜੀਟੇਰੀਅਨ ਪ੍ਰੋਟੀਨ ਵਾਲੀਆਂ ਚੀਜ਼ਾਂ ਯੂ ਕੈਨ ਐਡ ਇਨ ਯੋਰ ਡਾਈਟ, ਲਾਈਕ ਗ੍ਰੇਨਸ ਐਡ ਕਰ ਸਕਦੇ ਹੋ, ਦਾਲਾਂ ਐਡ ਕਰ ਸਕਦੇ ਹੋ। ਪਰ ਗ੍ਰਾਮ ਪ੍ਰੋਟੀਨ ਆਪਣੇ weight ਦੇ ਹਿਸਾਬ ਨਾਲ ਤੁਸੀਂ ਐਡ ਕਰਨਾ ਹੀ ਕਰਨਾ। ਦੈਨ ਆ ਜੋ ਫੈਟ ਤੇ, ਹੁਣ ਫੈਟ ਕਿਹੜਾ ਲੈਣਾ? ਤੁਸੀਂ ਗੁੱਡ ਫੈਟ ਆਪਣੀ ਡਾਈਟ ਵਿੱਚ ਐਡ ਕਰਨਾ। ਅਗਰ ਹਰ ਤਰ੍ਹਾਂ ਦੇ ਫੈਟ ਖਾਂਦੇ ਜਾਓਗੇ ਤਾਂ ਤੁਹਾਡੀ ਬੋਡੀ ਫਿਰ ਫੁੱਲਦੀ ਜਾਏਗੀ। ਇੱਕ ਲੈਵਲ ਤੇ ਆ ਕੇ ਤੁਹਾਡਾ ਟੰਮੀ ਬਾਹਰ ਆ ਜਾਏਗਾ, ਆਲ ਓਵਰ ਬੋਡੀ ਤੁਹਾਡੀ ਫੈਲ ਜਾਏਗੀ। ਤੁਸੀਂ ਹੁਣ
फैट किमें लैनी तुसी घर दा देसी घी ऐड कर सकते हो, आलमंड्स लै सकते हो, कैशियूज लै सकते हो, दैन तुसी सीड्स जिहदे विच फैटी एसिड्स हुंदा सीड्स भी तुसी ऐड करने जिवें फ्लैक्स सीड हो गया, चिया सीड्स हो गए, पंपकिन सीड्स हो गए, सनफ्लावर सीड्स हो गए, इन्हू जरूर अपनी डाइट विच ऐड करो। ये फर्टिलिटी लई बहुत ज़्यादा यूजफुल है। ਜਿਹੜੀ भी मेरी भैन बेबी कंसीव करना चाहती है प्लीज ऐड सीड्स इन योर डाइट। यू कैन स्प्रिंकल ऑन सैलड के उत्ते रख सकते हो। एक जग विच तुसी सारे जिहड़े सीड्स है उन्होंने पा के एक चम्मच पा के तुसी इहनू ओवरनाइट रख लो, सारा दिन तुसी वो पानी पीओ। अच्छा हुण कुछ प्रिकॉशनस इदां दे हुंदे कि जदों असीं कंसीव कर रहे होंदे असीं पपीता नहीं खाना, बड़े मिथ है, पपीता नहीं खा सकते, गर्म चीज़ां नहीं लै सकते, ये नहीं लै सकते, वो नहीं लै सकते। बट मैं तुहानूं दस्सां मतलब डॉक्टर्स ने बड़ा कुछ कहते यार, मैं अपने क्लाइंट्स को सारिया चीज़ां दित्तियां होईयां ते इन्हां चीज़ां दे नाल ही उन्होंने कंसीव किया। हुण तुसीं दसो डॉक्टर सही कह रहे हैं या फिर साडा फूड सही कह रहे हैं। मैं उन्होंने पपीता भी दिता सी, मैं उन्होंने सारिया चीज़ां दित्तियां सी जिथे डॉक्टर मना करते हैं कि ये चीज़ नहीं देनी, ये चीज़ अगर आप खाओगे तो बेबी कंसीव करने में प्रॉब्लम आएगी। नो नॉट एट ऑल, ऐसा कोई गल नहीं सी। आ सारिया चीज़ां खा के ही सारिया कुड़ियां ने कंसीव किया। साइंस एक डिफरेंट चीज़ है, मेडिसिन एक डिफरेंट चीज़ है, डाइट ऑल टुगेदर एक डिफरेंट चीज़ है। सो मुझे लगता है कि अगर तुसी अपनी डाइट विच रेगुलर एक्सरसाइज करोगे, जिन्नी साडी बॉडी नू प्रोटीन फैट कैब्स चाहिए होंगे, अगर तुसी सारिया चीज़ां ऐड करोगे कि हेल्थी डाइट खाओगे, मतलब पुअर डाइट कभी खा लिया नहीं खा लिया, मोस्ट ऑफ द टाइम थानू पता ही नहीं होंदा सी खाना की है, केड़ी चीज़ खावांगे, केड़ा फूड खावांगे, केड़े वेजिटेबल खावांगे, केड़ा प्रोटीन लवांगे, ते सानू बेबी कंसीव करन विच आसानी होएगी। फॉरन विच बड़ियां चीज़ां मिलदियां जिद्दां व्हीट ग्रास हो गया, बी पोलन हो गया, मतलब इत्थे तो थानू नहीं पता चलेगा चीज़ां बारे, जिहड़ियां मेरियां भैणां ओवरसीज़ दे वीडियोज़ देख रही हैं। सो नेटल टी हुंदी है, एक नेटल टी करके डैंडेलियन टी करके हुंदी है, जिहड़ा साडा स्ट्रेस नू किसी दे जिवें कॉर्टिसोल करके हार्मोन्स बनदे, ते अगर वो डैंडेलियन टी नू इनटेक करन दिन दे 2 या 3 कप डैंडेलियन टी नू लैन, तां स्ट्रेस कॉर्टिसोल हार्मोन्स जिहड़े बहुत हद तक घटने शुरू हो जाते ते खत्म हो जाते हैं। जेड़ा कम एंटी डिप्रेसेंट टैबलेट्स करती है वही कम डैंडेलियन टी करती है। सो बहुत घट लोगों को मेरा पता ही नहीं है, बिकॉज जिवें कि आजकल मैं बहुत ज़्यादा बिजी हाँ, मेरी बहुत ज़्यादा रिसर्च चल रही पे। सो मैं देख रही हूँ कि किहड़ियां चीज़ां जिन्होंने असी मेडिसिन से नाल रिप्लेस करके एक हेल्दी जिंदगी जी सकते हैं। सो मेरी सारिया भैनों रिक्वेस्ट है कि प्लीज़ मैं मैसेजेस भी पाती हुई हाँ, मैं स्टोरीज भी दसदी होंगी है मेरी टीम की जो टाइम थानू सारिया प्रोवाइड किया गया उस टाइम पर तुम सारे जने मैसेज करो, थोड़ी चैट ओपन की जाएगी, थानू रिप्लाई किया जाएगा और उस टाइम पर ही मैं थोड़े नाल गल करांगी। बिकॉज उस तो बाद मेरी ऑनलाइन क्लासेस शुरू हो जाती है, मेरी बहुत तकड़ी रिसर्च चलती पई है जो इस मंथ एंड तक या मोर 3 मंथ्स तक वो खत्म हो जाएगी। सो उदों तक मेरी सारिया भैनों रिक्वेस्ट है कि थोड़ा जिहा मेरे नाल बेयर करो और अपने टाइम तक अगर तुम मैसेजेस करोगे तो मैनू भी बड़ी आसानी रहेगी, मेरी टीम को भी बहुत ज़्यादा आसानी रहेगी थोड़े नाल गल करनी। बिकॉज तुम अपने टाइम में तुम मैसेज कर सकते हो, बट थोड़ी चैट उदों ही ओपन की जाएगी जदों थोड़ा टाइम होएगा। बिल्कुल मेडिसिन अवॉइड करना चाहिए। मेडिसिन आप जिन्नी ज़्यादा खावांगे साडी स्किन खराब होंदी है, साडे बॉडी के हार्मोन्स खराब हो जाते हैं, साडे जिहड़े पीरियड्स है वो ठीक तो नहीं होंगे बल्कि साडा वेट गेन होना शुरू हो जाता है। सो मुझे लगता है कि जो भी मैं चीज़ां तुहानूं दस्सियां अगेन आई विल रिपीट कि अगर तुसीं कंसीव करना है, थोड़ा बेबी कंसीव नहीं हो रहा, तो ये सारियां प्रॉब्लम्स हो सकती हैं। पीसीओडी पीसीओएस, थोड़ा वेट बहुत ज़्यादा होएगा, एंड्रोमेट्रोसिस की थोड़ा प्रॉब्लम होएगी, स्ट्रेस बहुत ज़्यादा लैंदे होंगे, थोड़ियां ट्यूब्स डैमेज हो चुकियां होंगे, एबनॉर्मल पीरियड्स होंगे, इरेगुलर पीरियड्स होंगे या फिर थोड़ा पेनफुल पीरियड्स होंगे। अगर तुसी अपनी डाइट विच प्रॉपर फैट प्रोटीन और कार्ब्स का इंटेक करोगे, आई एम श्योर विद इन 1.5 to 2 महीने तुसी सारे कंसीव कर सकते हो, बहुत हेल्दी बेबी कंसीव कर सकते हो। दवाइयां की जरूरत नहीं है, सारा कुछ थोड़ी किचन दे विच है। हुणे जाओ मील्स बनाओ, प्रोटीन फैट कार्ब्स को डिवाइड करो, अच्छे फैट लेने हैं, अच्छा प्रोटीन लेना है, अच्छे कार्ब्स लेने हैं, चिप्स नहीं लेना। जिदा हुण मैं तुहानूं फैट्स विच दस दिया, जिदा फैट्स विच तुसीं ट्रांस फैट नहीं लेना। हुण ट्रांस फैट बहुत सारे लोगों को पता ही नहीं होगा ट्रांस फैट होंदा है, जिदा तुसीं कह लो ऑयली चीज़ां, समोसे, ब्रेड पकौड़ा, टिक्की, ब्रेड पकौड़ा मेरा फेवरेट है, मैं कभी कभी खा लेनी है जो अच्छा मौसम हो लगे कि आज ब्रेड पकौड़ा खाना।
सो जिन्हों ने कंसीव करना उन्होंने नहीं खाना ट्रांस फैट, प्लीज नोट डाउन, ट्रांस फैट होंगे ऑयली चीज़ां, प्रोसैस्ड फूड जिदा कि चिप्स हो गए, जिदा कि पैप्सी, कोक, केन जूसिस, किसी तरह के भी अगर तुसी जिन्ने देर तुसी ट्राई कर रहे हो उन्नी देर चीज़ां बंद करके देखो, डेफिनेटली यू विल कंसीव। दैन तुसी लै सकते हो ओहदी जगह तुसी रिप्लेस कर सकते हो, तुसी घरे कोई अच्छी चीज़ सैंडविच बना सकते हो, तुसी फ्रैश फ्रूट्स लै सकते हो, तुसी फ्रैश जूसिस लै सकते हो, वेजिटेबल जूस लै सकते हो, फ्रैश फ्रूट जूस लै सकते हो। एल्कोहल नहीं पीनी, अगर किसी भी मेरी भैन एल्कोहल की लत लगी हुई है या तुसी स्मोक करते हो ਉਹਦੇ ਨਾਲ भी थोड़ी कंसीविंग नहीं होएगी। बहुत सारिया फॉरन च गर्ल्स है जिहड़ियां स्मोक करदियां, जिहड़ी ड्रिंक करदियां, नॉट इवन फॉरन, इंडिया विच भी अजकल ट्रेंड है, इट्स ओके, सबकी अपनी अपनी लाइफ है, आप किसी को भी कुछ नहीं कह सकते। बट अगर तुसी कंसीव करना चाहते हो उस पीरियड के दौरान तुहानू एल्कोहल छड्डनी पेगी, तुहानू स्मोकिंग कुछ करनी पेगी, दिनां विच ही तुसी ठीक हो जाओगे जस्ट विद अ नेचुरल डाइट। स्ट्रेस नहीं रहना, खुश रहना, रेगुलर एक्सरसाइज करनी है, इस सारी चीज़ों में जो तुम टिक मार्क कर लोगे तो लगेगा कि यस दीदी ने सानू बहुत अच्छे टिप्स दिते और बिना मेडिसिन तो तुम देखो कंसीव कर जाओगे। सो ये मेरा कि असी कंसीव किवें करना और क्यों नहीं कंसीव होंदा, पूरी वीडियो तुम 10 मिनट बाद यूट्यूब पर जाके देख सकते हो। सो हुण मेरिया भैणां अपने अपने सवाल पूछ सकती हैं कंसीविंग नूं लैके या किसी भी होर टॉपिक ते। फिर जाण तो पहले मैं तुहानूं सारा एक फेस टाइटनिंग फेस पैक दस के जाऊँ। हाँ जी प्लीज, किसी का कोई भी सवाल है तुम मैं प्लीज पूछ सकते हो। किसी का कोई भी सवाल नहीं है, ठीक है, फिर तो बहुत वधिया हो गया। नहीं रिक्वेस्ट ना भेजो तुम मैनू। और फ्राइडे नू यानी कि परसों मैं योगा के उत्ते लेके आवांगी लाइव और वो डिसाइड करते हैं मेरी बहुत सारिया भैन जड़ियाँ एक्सरसाइज नहीं कर सकती, जिम नहीं जा सकती, बट आप योगा के नाल अपनी हर प्रॉब्लम को ठीक कर सकते हैं, चाहे साड़ी बॉडी में कितने भी पेन हो रही हो या साढ़े फेस को लैके कोई प्रॉब्लम हो। इस वीडियो के नीचे यूट्यूब पर जाके प्लीज मैं दसना है कि परसों मैं केड़ी एक्सरसाइज के उत्ते लाइव योगा लैके आवां, आप लाइव योगा करांगे, तुसीं मेरे नाल योगा कर सकते हो या उस वीडियो के नाल बाद चों देख के कर सकते हो। जो भी मेरिया भैणां ओवरवेट है, तुरिया नहीं जाता, फिरिया नहीं जाता, उठिया नहीं जाता, और योगा वाली एक्सरसाइज करो, दिनों में थोड़ा वेट लूज होना शुरू हो जाएगा, थोड़ी बॉडी में फ्लैक्सीबिलिटी आ जाएगी और थोड़ी सारिया पेन्स दूर हो जाएंगे, फेस पे भी ग्लो आ जाएगा। फेस पिंपल प्रॉब्लम डियर थोड़ी लीवर च प्रॉब्लम हो सकती है, इस करके साडे फेस ते बार-बार पिंपल्स होंदे हैं। सो डिटॉक्स योर लीवर, रात को अजवाइन 1 चम्मच पानी च भिओ के रखा करो, अगले दिन उन्होंने बॉयल करके सवेरे उठते नाल तुसीं उन्होंने पीना खाली पेट। इन्हों तुसीं 21 डेज करो, फिर मैंने दसो। रात को दूध नहीं पीना चाहिए, फैट डिपॉजिट। लव यू टू गगन, हाउ आर यू? थायराइड है 6, ओके, थायराइड लिए थोड़ा डियर अपनी डाइट चेंज करनी पेगी, एक्सरसाइज करो, आई डोंट नो हम तुसीं खांदे क्यों। सर्वाइकल माइग्रेन ते प्रॉब्लम है, ओके। सो तुसीं अगर चाहते हो मैं सर्वाइकल ते लैके आवां योगा परसों, तो प्लीज मैंने यूट्यूब के नीचे जाके कमेंट करो, मैं सर्वाइकल के उत्ते कुछ एक्सरसाइजेस लैके आवांगी। सर्वाइकल में तो बहुत सारिया गर्ल्स की प्रॉब्लम है, सर्वाइकल में बड़े ज्यादा मैसेजेस भी आते हैं, सो डेफिनेटली मैं लैके आवांगी। सत श्री अकाल मनदीप जी, कित्थे रह गए तुसीं? कोई मैसेज नहीं थोड़ा, ठीक हो तुसीं? हाँ जी, बेबी कंसीव नहीं हो रहा डियर, मेरी सारी वीडियो ना तुम यूट्यूब पे जाके देखो, मैं जो जो ये डाइट दसी है प्लीज इस डाइट को फॉलो करो। बाबा जी ने चाहे तो बड़ी जल्दी थोड़ा बेबी कंसीव हो जाएगा, मैं भी अरदास करांगी सवेरे उठ के, डोंट वरी। बिना नहाए पाठ नहीं करना दीदी, मैं डाइट रख दिया बहुत बड़ी जल्दी मैसेजेस जा रहे हैं। सत श्री अकाल किरण जी, मैं ग्रोथ नहीं होंगी कि हेयर ग्रोथ नहीं होंगी, कोकोनट ऑयल में थोड़ा सा नींबू पा के लगा सकते हो, हफ्ते 3 बारी करो, शुरू हो जाएगी हेयर ग्रोथ थोड़ी अच्छी। थैंक यू हरमन, थैंक यू स्वीटी, थैंक यू किरण जी, थैंक यू मनदीप जी। दीदी मेरी बेटी 6 ईयर दी है, हैंड बाइट मास दे देना जी। वॉक करना टाइम करनी है, वॉक तुसी 30 मिनट सवेरे करनी है, 30 मिनट शाम को करनी है। पीसीओडी, पीसीओएस, ट्यूब का डैमेज होना, एंड्रोमेट्रोसिस, ओवरवेट होना, एबनॉर्मल पीरियड्स, इरेगुलर पीरियड्स, पेनफुल पीरियड्स, फेस ते एक्ने निकलना, पिगमेंटेशन होनी, तुरन फिरन विच प्रॉब्लम आनी, यूरिनेशन विच पेन होना, जो तुसी टॉयलेट जाने उदों पेन होना, जो अपने पार्टनर नाल रिलेशन बनाने उदों पेन होना, ये सारियां निशानियां होंदियां थानू बेबी ना कंसीव होण दियां।
अगर ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸਿੰਪਟਮਸ ਹੈ ਤਾਂ ਪਲੀਜ਼ ਅੱਜ ਤੋਂ ਹੁਣੇ ਤੋਂ ਆਪਣਾ ਲਾਈਫਸਟਾਈਲ ਚੇਂਜ ਕਰੋ। ਜਿਹੜੀ ਪੂਅਰ ਡਾਈਟ ਤੁਸੀਂ ਖਾ ਰਹੇ ਹੋ ਉਹਨੂੰ ਚੇਂਜ ਕਰਕੇ ਹੈਲਥੀ ਡਾਈਟ ਖਾਣੀ ਹੈ, ਪ੍ਰੋਪਰ ਪ੍ਰੋਟੀਨਸ ਲੈਣੇ, ਪ੍ਰੋਪਰ ਕਾਰਬਸ ਲੈਣੇ, ਪ੍ਰੋਪਰ ਫੈਟਸ ਲੈਣੇ ਹੈ। ਮੈਂ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਹੈ, ਕਿਹੜੀਆਂ ਚੀਜ਼ਾਂ ਆਪਾਂ ਖਾਣੀ ਹੈ, ਕਿਹੜੀਆਂ ਚੀਜ਼ਾਂ ਅਸੀਂ ਨਹੀਂ ਖਾਣੀਆਂ। ਤੁਸੀਂ ਉਹਨਾਂ ਨੂੰ ਰੈਗੂਲਰ ਫੋਲੋ ਕਰੋ। ਆਈ ਐਮ ਸ਼ੋਰ ਵਿਦਿਨ 2 to 3 months ਤੁਹਾਨੂੰ ਬੇਬੀ ਕਨਸੀਵ ਹੋ ਜਾਏਗਾ। ਫਿਰ ਵੀ ਅਗਰ ਤੁਹਾਨੂੰ ਸਮਝ ਨਹੀਂ ਆਉਂਦੀ ਤਾਂ ਤੁਸੀਂ ਪਲੀਜ਼ ਇੰਸਟਾਗ੍ਰਾਮ ਤੇ ਆ ਕੇ ਆਪਣੀ ਅਪਾਇੰਟਮੈਂਟ ਬੁੱਕ ਕਰੋ ਮੇਰੀ ਟੀਮ ਦੇ ਨਾਲ। ਮੈਂ ਪਰਸਨਲੀ ਤੁਹਾਡੇ ਨਾਲ ਗੱਲ ਕਰਾਂਗੀ। ਅਗਰ ਤੁਸੀਂ ਪੈਕੇਜ ਲੈਣਾ ਚਾਹੁੰਦੇ ਹੋ ਤਾਂ ਬਹੁਤ ਅੱਛਾ, ਉਹਦੇ ਨਾਲ ਤਾਂ ਤੁਹਾਨੂੰ ਗ੍ਰੇਟ ਰਿਜ਼ਲਟਸ ਵੈਸੇ ਹੀ ਮਿਲ ਜਾਣਗੇ। ਸੋ ਆਈ ਥਿੰਕ ਅੱਜ ਦੀ ਜਿਹੜੀ ਵੀਡੀਓ ਹੈ ਕਾਫੀ ਜ਼ਿਆਦਾ ਬੈਨੀਫੀਸ਼ੀਅਲ ਰਹੇਗੀ ਪੀਸੀਓਡੀ ਲਈ। पीसीओडी ਦੀ ਪ੍ਰੋਪਰ ਡਾਈਟ ਚੇਂਜ ਹੁੰਦੀ ਹੈ। ਜਦੋਂ ਵੀ ਕਿਸੇ ਨੂੰ ਪੀਸੀਓਡੀ ਦੀ ਪੀਸੀਓਐਸ ਦੀ ਪ੍ਰੋਬਲਮ ਹੁੰਦੀ, ਮੇਰੇ ਕੋਲ ਇੱਕ ਨਹੀਂ ਹਜ਼ਾਰਾਂ ਕੁੜੀਆਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਸੀਗੀ, ਜਿਵੇਂ ਜਿਵੇਂ ਉਹਨਾਂ ਨੇ ਡਾਈਟ ਖਾਧੀ ਉਹਨਾਂ ਦੇ ਪੀਰੀਅਡਸ ਆਉਣੇ ਸ਼ੁਰੂ ਹੋ ਗਏ, ਉਹਨਾਂ ਦਾ ਸਾਰਾ ਕੁਝ ਠੀਕ ਹੋ ਗਿਆ, ਹਾਰਮੋਨਸ ਇੰਬੈਲੈਂਸ ਸੀਗੇ ਬੈਲੈਂਸ ਹੋ ਗਏ। ਸੋ ਪਲੀਜ਼ ਮੈਨੂੰ ਦੱਸ ਦਿਓ ਤੁਹਾਡੇ ਸਾਰਿਆਂ ਦੇ ਕੁਐਸਚਨਸ ਅਗਰ ਕੰਪਲੀਟ ਹੋ ਗਏ। ਕਨਸਟੀਪੇਸ਼ਨ ਐਂਡ ਪਾਇਲਸ ਦੀ ਪ੍ਰੋਬਲਮ। ਕਨਸਟੀਪੇਸ਼ਨ ਲਈ फाइबर इनटेक ज्यादा करो अपनी डाइट में, सैलेड खाओ खूब सारा, फ्लैक्स सीड्स ऐड करो, चिया सीड्स ऐड करो, वाटर इनटेक 3 to 4 लीटर तो ज्यादा पीना, कोसा कोसा पानी पीना, जितना हो सके फाइबर, सैलेड खाओ, सुखिया चीज़ा नहीं खानिया, पतलियां पतलियां पानी पानी वाली चीज़ा खानिया, तिखिया चीज़ा नहीं खानिया, ज्यादा मिठिया चीज़ा नहीं खानिया। करके देखो, कॉन्स्टिपेशन बिल्कुल ठीक हो जाएगी। ग्रे हेयरली डियर, दिस इज द एक्सरसाइज यू कैन डू। जिन्होंने भी ग्रे हेयर है ये एक्सरसाइज करो सारा दिन। लव यू टू एवरीवन। सो लेट्स गेट रेडी। जिन्हों का भी फेस स्किन बहुत ज्यादा लूज हो गई है, बड़ी यंग एज और फेस की स्किन बहुत ज्यादा लूज है, तुसी की करना है? स्किन टाइटनिंग फेस पैक लगाना है। तुसी की करना है? तुसी स्किन नु किवें टाइट करना है? हफ्ते विच 3 दिन तुसी इस फेस पैक नु यूज करना है। एग वाइट लेना, ਜਿਹੜੀਆਂ नॉन वेजिटेरियन गर्ल्स है उन्होंने एग वाइट लेना, ਉਹਦੇ ਵਿੱਚ ਇੱਕ ਈਵੀਓਨ, ਇੰਡੀਆ ਵਿੱਚ ਅਸੀਂ ਈਵੀਓਨ ਕਹਿੰਦੇ ਆ, ਵਿਟਾਮਿਨ ਈ ਦਾ ਕੈਪਸੂਲ ਤੋੜਨਾ ਹੈ ਤੇ ਉਹਨੂੰ ਐਗ ਵਾਈਟ ਵਿੱਚ ਤੁਸੀਂ ਮਿਲਾ ਦੇਣਾ ਆਪਣੀ ਫਿੰਗਰ ਦੇ ਨਾਲ। ਚੰਗੀ ਤਰ੍ਹਾਂ ਤੁਸੀਂ ਉਹਨੂੰ ਮਿਕਸ ਕਰਨਾ ਤੇ ਆਪਣੇ ਫੇਸ ਤੇ ਲਗਾਉਣਾ ਅਪਵਰਡਸ ਕਰਕੇ, ਲਾਈਕ ਦਿਸ ਲਾਈਕ ਦਿਸ ਲਾਈਕ ਦਿਸ। ਤੁਸੀਂ ਇਹਨੂੰ ਲਗਾਉਣਾ ਹੈ ਔਰ ਤੁਸੀਂ ਇਹਨੂੰ 15 ਮਿੰਟ ਲਈ ਛੱਡ ਦੇਣਾ। ਇਸ ਫੇਸ ਪੈਕ ਨੂੰ ਲਗਾਉਣ ਤੋਂ ਬਾਅਦ ਤੁਸੀਂ ਨਾ ਕਿਸੇ ਨਾਲ ਗੱਲ ਕਰਨੀ ਹੈ, ਨਾ ਇੱਦਾਂ ਕਰਨਾ, ਨਾ ਇੱਦਾਂ ਕਰਨਾ, ਨਾ ਇੱਦਾਂ ਕਰਨਾ। ਜਿੱਦਾਂ ਜਿੱਦਾਂ ਕਰੋਗੇ ਉੱਥੇ ਤੁਹਾਡੇ ਰਿੰਕਲਸ ਪੈਣੇ ਸ਼ੁਰੂ ਹੋ ਜਾਣਗੇ। ਜਦੋਂ ਵੀ ਐਗ ਵਾਈਟ ਆਪਣੇ ਫੇਸ ਤੇ ਲਗਾਉਣਾ, ਸਿੱਧਾ ਇੱਦਾਂ ਹੀ ਕਰਨਾ। ਬੈਠੇ ਰਹਿ ਕੇ ਤੁਸੀਂ ਉਸ ਫੇਸ ਪੈਕ ਨੂੰ ਲਗਾ ਕੇ ਰੈਸਟ ਕਰੋ ਜਾਂ ਲੇਟ ਜਾਓ। ਜਦੋਂ ਫੇਸ ਪੈਕ ਬਿਲਕੁਲ ਠੀਕ ਹੋ ਜਾਏ, ਡਰਾਈ ਹੋ ਜਾਏ, ਉਹਨੂੰ ਤੁਸੀਂ ਵਾਸ਼ ਆਊਟ ਕਰ ਦੇਣਾ। ਹੁਣ ਜਿਹੜੀਆਂ ਵੈਜੀਟੇਰੀਅਨ ਗਰਲਸ ਉਹਨਾਂ ਨੇ ਕੀ ਕਰਨਾ ਹੈ, ਤੁਸੀਂ ਕਰਡ ਦੇ ਵਿੱਚ ਘਰ ਦਾ ਮੋਟਾ ਮੋਟਾ ਕਰਡ ਲੈਣਾ, ਉਹਦੇ ਵਿੱਚ ਥੋੜਾ ਜਿਹਾ ਫਰੈਸ਼ ਐਲੋਵੇਰਾ ਪਲਾਂਟ ਨੂੰ ਮਿਕਸ ਕਰਨਾ। ਦਹੀਂ ਲੈਣਾ ਘਰ ਦਾ, ਉਹਦੇ ਵਿੱਚ ਫਰੈਸ਼ ਐਲੋਵੇਰਾ ਜੈਲ ਨੂੰ ਤੁਸੀਂ ਮਿਕਸ ਕਰਨਾ ਤੇ ਉਹਨੂੰ ਫੇਸ ਤੇ ਮਸਾਜ ਕਰਨਾ ਅਪਵਰਡਸ। ਉਹਨੂੰ ਤੁਸੀਂ 15-20 ਮਿੰਟ ਲਈ ਛੱਡ ਦੇਣਾ ਔਰ ਮਸਾਜ ਕਰਦੇ ਕਰਦੇ ਤੁਸੀਂ ਫੇਸ ਵਾਸ਼ ਕਰਨਾ ਹੈ। ਇਹਨੂੰ ਤੁਸੀਂ ਕਰੋ ਹਫਤੇ 'ਚ 3 ਦਿਨ ਕਰੋ ਔਰ ਤੁਸੀਂ ਦੇਖੋਗੇ ਕਿ ਤੁਹਾਡੀ ਸਕਿਨ ਹੌਲੀ ਹੌਲੀ ਟਾਈਟ ਹੋਣੀ ਸ਼ੁਰੂ ਹੋ ਗਈ। ਸੋ ਲਵ ਯੂ ਆਲ, ਟੇਕ ਕੇਅਰ, stay fit, stay healthy, forever fit, forever beautiful with GC. Watch this video on YouTube. I am GC. बड़ी जल्दी मैं थोड़ी देर से पोस्ट कर देंगी। सो लव यू ऑल, टेक केयर। सारियां मेरियां भैणां जिन्होंने कंसीव नहीं हो रहे, जो मैं टिप्स दस्से है इन्हें फॉलो करो और देखो मिरेकल रिजल्ट्स, मैजिकल रिजल्ट्स। बाय बाय, टेक केयर।